सत श्री अकाल जी। द मिरर पंजाब टीवी देखते सारे दोस्तों का स्वागत है। दोस्तों, पंजाब च विधान सभा चोणों तो पहला सियासत पूरी गर्म है और इस सियासत के विच सियासत का निग मानने लई जिहड़ियां रवायती पार्टियां अपने अड्डी चोटी का जोर लगा रही हैं, जिहदे विच अकाली दल वालों ते कांग्रेस वालों ते आम आदमी पार्टी वालों सत्ता हथियाउण की जिहड़ी कोशिश की जा रही है। घमसान के दरम्यान ਜਿਹੜੀ ਇੱਕ ਨਵੀਂ ਜਿਹੜੀ ਸੰਯੁਕਤ ਸਮਾਜ ਮੋਰਚਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬਣਾਇਆ ਗਿਆ, ਉਹਨੇ ਸਾਰੇ ਸਿਆਸੀ ਸਮੀਕਰਨ ਬਦਲੇ ਆ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਨੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਆ ਔਰ ਆਪਣਾ ਲੱਕ ਤੋਂ ਸਟੈਂਡ ਰੱਖਿਆ ਗਿਆ। ਆਪਾਂ ਗੱਲ ਕਰਾਂਗੇ ਕਿਰਤੀ ਕਿਸਾਨ ਯੂਨੀਅਨ ਦੇ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਰਜਿੰਦਰ ਜੀ। ਕੀ ਤੁਹਾਡਾ ਸਟੈਂਡ ਕੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚੋਣਾਂ ਨੂੰ ਲੈ ਕੇ? ਜਿਵੇਂ ਸੰਯੁਕਤ ਸਮਾਜ ਮੋਰਚਾ ਬਣਿਆ, ਉਹ ਚੋਣਾਂ 'ਚ ਹਿੱਸਾ ਲੈ ਰਿਹਾ, ਗੁਰਨਾਮ ਸਿੰਘ ਚੋਨੀ ਜੀ ਆਪਣੇ ਲੈਵਲ 'ਤੇ ਲੈ ਰਹੇ ਆ ਤੇ ਆਪਣੀ ਪਾਰਟੀ ਆਪਣੀ ਜਥੇਬੰਦੀ ਦਾ ਕੀ ਸੋਚਦੇ? ਦੇਖੋ, ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਾ ਤਾਂ ਉਮੀਦਵਾਰ ਖੜੇ ਕਰਾਂਗੇ ਤੇ ਨਾ ਹੀ ਅਸੀਂ ਸੰਯੁਕਤ ਸਮਾਜ ਮੋਰਚੇ ਦਾ ਅਸੀਂ ਤਾਂ ਸੋਨੀ ਉਹਨਾਂ ਨੂੰ ਅਪੀਲ ਕਰ ਰਹੇ ਕਿ ਉਹਨਾਂ ਨੂੰ ਜਿਹੜਾ ਵਾਪਸ ਆ ਜਿਹੜੇ ਪਾਸੇ ਸੰਯੁਕਤ ਸਮਾਜ ਮੋਰਚਾ ਦੀ ਆਪਣੀ ਉਹ ਗਏ ਆ ਔਰ ਅਸੀਂ ਲੋਕਾਂ 'ਚ ਇੱਕ ਬਦਲਵਾਂ ਦਾ ਪ੍ਰੋਗਰਾਮ ਹੈ ਜਿਹੜੇ ਲੋਕਾਂ ਦੇ ਹਕੀਕੀ ਮੁੱਦੇ ਸੰਘਰਸ਼ ਦੇ ਮੁੱਦੇ ਆ ਉਹ ਲੋਕਾਂ ਦੇ ਸਾਹਮਣੇ ਰੱਖਣਾ। ਅੱਜ ਕਿਸਾਨ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਕਰਜ਼ਾ ਔਰ ਉਹਦੇ ਨਾਲ ਜਿਹੜਾ ਖੇਤੀ ਮਾਮਲਾ ਹਰੇ ਇਨਕਲਾਬ ਦਾ ਖੇਤੀ ਮਾਮਲਾ ਉਹ ਹਰਾ ਕੱਲੀ ਦਾ ਸਾਥ ਦੇ ਪੰਜਾਬ ਦਾ ਹਵਾ ਪਾਣੀ ਮਿੱਟੀ ਸਭ ਜਿਹੜਾ ਹੈਗਾ ਉਹ ਪਲੀਤ ਹੋ ਚੁੱਕਾ ਔਰ ਪੰਜਾਬ ਦੇ ਇਸ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਦਿੱਤਾ, ਖੁਦਕੁਸ਼ੀਆਂ ਦਿੱਤੀਆਂ, ਪੇਂਡੂ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦਿੱਤੀ ਕਿਉਂਕਿ ਮਸ਼ੀਨੀਕਰਨ ਹੋਇਆ ਤੇ ਜਿਹੜੀਆਂ ਮਸ਼ੀਨੀਕਰਨ ਕਰਕੇ ਕਿਰਤ ਵਿਹਲੀ ਹੋਈ ਹੈ ਇੱਥੇ ਇੰਡਸਟਰੀ ਤਾਂ ਲੱਗੀ ਨਹੀਂ, ਉਸ ਪਾਸੇ ਸ਼ਿਫਟ ਹੋ ਜਾਂਦੀ। ਇਸ ਕਰਕੇ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਜਿਹੜਾ ਅਸੀਂ ਉਸਾਰਨਾ ਚਾਹੁੰਦੇ ਹੈਗੇ ਹਾਂ ਤਾਂ ਇਹ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਹੋਵੇ, ਇਹ ਕਿਸੇ ਦੇ ਏਜੰਡੇ ਤੇ ਨਹੀਂ, ਕਿਸੇ ਸਿਆਸੀ ਧਿਰ ਦੇ ਏਜੰਡੇ ਤੇ ਨਹੀਂ। ਇਸ ਕਰਕੇ ਕਿਸੇ ਵੀ ਸਿਆਸੀ ਧਿਰ ਨੂੰ ਹਮਾਇਤ ਦਾ ਜਿਹੜਾ ਸਵਾਲ ਹੀ ਨਹੀਂ ਬਣਦਾ ਗਾ। ਦੂਸਰਾ, ਪੰਜਾਬ ਦਾ ਅਹਿਮ ਮੁੱਦਾ ਹੈਗਾ ਨਸ਼ੇ ਤੇ ਬੇਰੁਜ਼ਗਾਰੀ। ਨਸ਼ਿਆਂ ਦਾ ਕਾਰਨ ਹੈਗੀ ਆ ਬੇਰੁਜ਼ਗਾਰੀ ਤੇ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਇੱਥੇ ਸਾਨੂੰ ਸਨਅਤੀਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ, ਜਿਵੇਂ ਖਾਸ ਕਰਕੇ ਐਗਰੋ ਬੇਸਡ ਇੰਡਸਟਰੀ ਦੀ ਜਿਹੜੀ ਖੇਤੀ ਆਧਾਰਿਤ ਸਨਅਤ ਦੀ ਜ਼ਰੂਰਤ ਆ। ਪਰ ਸਾਡੀ ਮਾਰਕੀਟ ਦੇ ਉੱਪਰ, ਸਾਡੇ ਸੋਮਿਆਂ ਤੇ ਸਾਡੀ ਤਕਨੀਕ ਦੇ ਉੱਪਰ ਜਿਹੜਾ ਸਾਮਰਾਜ ਦਾ ਕਬਜ਼ਾ। ਇਸ ਕਰਕੇ ਜਿੰਨਾ ਸਮਾਂ ਉਹਨਾਂ ਦੀ ਲੱਗੀ ਵਿਦੇਸ਼ੀ ਪੂੰਜੀ ਨੂੰ ਅਸੀਂ ਜ਼ਬਤ ਨਹੀਂ ਕਰਦੇ, ਉਹਦਾ ਕੌਮੀਕਰਨ ਨਹੀਂ ਹੁੰਦਾ, ਤਦ ਤੱਕ ਇੱਥੇ ਰੁਜ਼ਗਾਰ ਦਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ। ਹਾਲਤ ਤਾਂ ਇਹ ਆ ਕਿ ਤੁਹਾਨੂੰ ਨੇਲ ਕਟਰ ਮੇਡ ਇਨ ਇੰਡੀਆ ਵਾਲਾ ਨਹੀਂ ਲੱਭਦਾ ਗਾ, ਨੇਲ ਕਟਰ ਤੇ ਮੇਡ ਇਨ ਚਾਈਨਾ, ਕੋਰੀਆ, ਜਾਪਾਨ ਲਿਖਿਆ ਹੁੰਦਾ ਗਾ, ਯਾਨੀ ਕਿ ਨੇਲ ਕਟਰ ਤੱਕ ਬਾਹਰੋਂ ਆਉਂਦੇ ਆ। ਇਸ ਪੱਧਰ ਤੱਕ ਜਿਹੜਾ ਹੈਗਾ ਉਹਨਾਂ ਦਾ ਕਬਜ਼ਾ ਸਾਡੇ ਸੋਮਿਆਂ ਦੇ ਉੱਪਰ, ਸਾਡੀ ਜਿੱਥੇ ਸਾਡੀ ਇੰਡਸਟਰੀ ਲੱਗ ਸਕਦੀ ਆ ਉਹਦੇ ਉੱਪਰ ਉਹਨਾਂ ਦਾ ਸਮਾਨ ਵਿਕ ਰਿਹਾ ਹੈਗਾ ਔਰ ਜਿੰਨਾ ਸਮਾਂ ਉਹਦਾ ਸਰਮਾਇਆ ਜ਼ਬਤ ਨਹੀਂ ਕੀਤਾ ਜਾਂਦਾ ਗਾ ਉਹਨਾਂ ਸਮਾਂ ਬੇਰੁਜ਼ਗਾਰੀ ਦਾ ਮਸਲਾ ਹੱਲ ਜਿਹੜਾ ਉਹ ਨਹੀਂ ਹੁੰਦਾ ਗਾ। ਤਾਂ ਇਹ ਉਹ ਹਕੀਕੀ ਮੁੱਦੇ ਆ ਜਿਨ੍ਹਾਂ 'ਤੇ ਕਿਸੇ ਵੀ ਸਿਆਸੀ ਪਾਰਟੀ ਕੋਲ ਪ੍ਰੋਗਰਾਮ ਨਹੀਂ ਹੈ ਤੇ ਜਿਹੜੇ ਸਾਥੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਉਹਨਾਂ ਕੋਲੇ ਵੀ ਇਹਦੇ 'ਤੇ ਕੋਈ ਪ੍ਰੋਗਰਾਮ ਜਿਹੜਾ ਉਹ ਨਹੀਂ ਹੈਗਾ। ਇਸ ਕਰਕੇ ਅਸੀਂ ਕਿਸੇ ਨੂੰ ਵੀ ਹਮਾਇਤ ਨਹੀਂ ਕਰਦੇਗੇ ਤੇ ਜਿਹੜੇ ਗਏ ਆ ਉਹਨਾਂ ਨੂੰ ਵਾਪਸ ਆਉਣ ਦੀ ਅਪੀਲ ਕਰ ਰਹੇ। ਜਿਹੜੇ ਮੁੱਦਿਆਂ ਦੀ ਸਿਆਸਤ ਗੱਲ ਕਰ ਰਹੇ ਹੋ, ਮੁੱਦੇ ਇਹ ਸਿਆਸਤ ਤੋਂ ਬਿਨਾਂ ਪੋਸੀਬਲ ਹੈਗੇ? ਤੁਸੀਂ ਚਾਹੁੰਦੇ ਹੋ ਵੀ ਜਿਹੜੀ ਕੌਮੀਕਰਨ ਕੀਤਾ ਜਾਵੇ, ਜਿਹੜੇ ਸਰਕਾਰੀ ਅਦਾਰੇ ਨੇ, ਜਾਂ ਜਿਹੜਾ ਸੰਤੀਕਰਨ ਕੀਤਾ ਜਾਵੇ, ਇੱਥੇ ਖੇਤੀ ਆਧਾਰਿਤ ਸੰਤੀਕਰਨ ਹੋਣਾ ਚਾਹੀਦਾ। ਇਹ ਮੁੱਦੇ ਜੇ ਸਿਆਸਤ ਤੇ ਤੁਹਾਡਾ ਕਬਜ਼ਾ ਨਹੀਂ ਹੈ, ਇਹ ਕਿੱਦਾਂ ਪੋਸੀਬਲ ਹੈ? ਕਿ ਲੋਕ ਸਵਾਲ ਕਰ ਰਹੇ ਆ ਵੀ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਐਜੀਟੇਸ਼ਨ ਲੜੀ ਆ, ਜੇ ਸਿਆਸਤ 'ਚ ਆਉਣ, ਜਿਹੜੇ ਮੁੱਦੇ ਉਹ ਗੱਲ ਕਰ ਰਹੇ ਆ, ਪੋਲੀਟੀਕਲ ਪਾਰਟੀਆਂ ਤੋਂ ਮੰਗ ਕਰ ਰਹੇ ਆ ਵੀ ਇੱਦਾਂ ਦਾ ਸਿਸਟਮ ਹੋਣਾ ਚਾਹੀਦਾ, ਉਹ ਖੁਦ ਕਿਉਂ ਨਹੀਂ ਉਸਾਰ ਲੈਂਦੇ? ਅੱਜ ਜੇ ਤੁਸੀਂ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਤਾਂ ਉਹਦੇ ਵਿੱਚ ਕਿਤੇ ਕਿਤੇ ਤੁਹਾਡੀ ਗਲਤੀ ਨਹੀਂ ਹੈ? ਨਹੀਂ, ਚੋਣਾਂ ਹੀ ਸਿਰਫ ਸਿਆਸਤ ਨਹੀਂ ਹੁੰਦੀ। ਇਹਦਾ ਮਤਲਬ ਹੈ ਵੀ ਸਿਰਫ 2 ਮਹੀਨੇ ਇਸ ਮੁਲਕ 'ਚ ਸਿਆਸਤ ਹੁੰਦੀ ਆ ਤੇ 4 ਮਹੀਨੇ 10 ਦਿਨ ਕੀ ਹੁੰਦਾ ਰਹਿੰਦਾ, 4 ਸਾਲ ਤੇ 10 ਦਿਨ ਕੀ ਹੁੰਦਾ ਰਹਿੰਦਾ, 4 ਸਾਲ 10 ਮਹੀਨੇ, ਸਿਰਫ 2 ਮਹੀਨੇ ਸਿਆਸਤ ਹੁੰਦੀ ਆ। ਸਿਆਸਤ ਸਾਰਾ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਉਹਦਾ ਸਿਆਸੀ ਵਿਰੋਧ ਵੀ ਹਮੇਸ਼ਾ ਜਿਹੜਾ ਹੁੰਦਾ ਰਹਿੰਦਾ ਹੈਗਾ। ਸਿਆਸੀ ਤਬਦੀਲੀ ਸਿਆਸੀ ਪ੍ਰੋਗਰਾਮ ਔਰ ਸਿਆਸੀ ਵਿਚਾਰ ਤੇ ਹੁੰਦੀ ਆ। ਜਿੱਥੋਂ ਤੱਕ ਮੈਂ ਗੱਲ ਕਰਦਾ ਨਾ, ਵਿਦੇਸ਼ੀ ਪੂੰਜੀ ਨੂੰ ਜ਼ਬਤ ਕਰ ਲੈਣਾ ਚਾਹੀਦਾ, ਕਾਰਪੋਰੇਟ ਦਾ ਸਰਮਾਇਆ ਜ਼ਬਤ ਹੋਣਾ ਚਾਹੀਦਾ। ਇਸ ਸਿਆਸੀ ਵਿਚਾਰ ਤੇ ਜਦੋਂ ਲੋਕ ਤਿਆਰ ਹੋਣਗੇ, ਇਹ ਸਿਆਸੀ ਤਬਦੀਲੀ ਦਾ ਆਧਾਰ ਤਾਂ ਤਿਆਰ ਹੋਣਾ। ਜੇ ਲੋਕ ਇਹ ਚਾਹੁੰਦੇ ਆ ਕਿ ਹਾਂ ਵੀ ਖੇਤੀ ਮਾਡਲ ਬਦਲਿਆ ਜਾਵੇ, ਇਹਦੇ ਤੇ ਜਦੋਂ ਮੂਵਮੈਂਟ ਬਣੂਗੀ ਤਾਂ ਇਹ ਤਬਦੀਲੀ ਹੋਣੀ ਹੈ। ਜੇ ਅਸੀਂ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜੀ ਤਾਂ ਹੀ ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਹੋਣਗੇ। ਤਾਂ ਇਹ ਸੰਘਰਸ਼ ਦੇ ਮੈਦਾਨ 'ਚੋਂ ਤੇ ਲੋਕਾਂ ਦੀ ਚੇਤਨਾ 'ਚੋਂ ਤਬਦੀਲੀ ਨਿਕਲਣੀ ਆ। ਸਿਰਫ ਚੋਣਾਂ ਰਾਹੀਂ ਤਬਦੀਲੀ ਜਿਹੜੀ ਆ ਨਹੀਂ ਨਿਕਲਦੀ ਜੀ।
ਚੋਣਾਂ ਦਿਨਾਂ ਦੇ ਲੋਕ ਗੱਲ ਸੁਣਦੇ ਆ, ਇਸ ਕਰਕੇ ਚੋਣਾਂ ਦੇ ਦੌਰਾਨ ਵੀ ਅਸੀਂ ਆਪਣਾ ਪ੍ਰਚਾਰ ਜਿਹੜਾ ਉਹ ਵਿੱਢਾਂਗੇ, ਜਿਹੜੇ ਲੋਕਾਂ ਦੇ ਹਕੀਕੀ ਮੁੱਦੇ ਆ, ਲੋਕਾਂ ਦੇ ਜਿਹੜੇ ਹੈਗੇ ਆ ਉਹ ਲੈ ਕੇ ਜਾਵਾਂਗੇ। ਤੁਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ, ਦਬਾਅ ਸਮੂਹ ਦੇ ਤੌਰ ਤੇ ਕੰਮ ਕਰਨ ਦੀ ਗੱਲ ਕਰ ਰਹੇ ਹੋ। ਬਿਲਕੁਲ ਜੀ, ਕਿਸਾਨ ਜਥੇਬੰਦੀ ਕਿਉਂਕਿ ਸਮਾਜ ਦੇ ਇੱਕ ਤਬਕੇ ਦੀ ਜਥੇਬੰਦੀ ਹੈਗੀ ਹਨਾ। ਤਬਕੇ ਦੀ ਚੇਤਨਾ ਤੇ ਸਿਆਸੀ ਚੇਤਨਾ 'ਚ ਬਹੁਤ ਫਰਕ ਹੁੰਦਾ। ਜਿਹੜਾ ਕਿਸਾਨ ਤਬਕਾ ਹੈਗਾ ਉਹਦੇ 'ਚ ਆਪਣੀਆਂ ਕਿੱਤੇ ਨੂੰ ਲੈ ਕੇ ਚੇਤਨਾ ਤਾਂ ਹੈ, ਪਰ ਉਹ ਕਿੱਤੇ ਦੀ ਤਬਾਹੀ ਜਿਹੜੀ ਸਿਆਸਤ ਕਰ ਰਹੀ ਹੈ ਉਹਦੇ ਬਾਰੇ ਹਜੇ ਚੇਤਨਾ ਨਹੀਂ ਹੈ। ਇਸ ਕਰਕੇ ਤਬਕੇ ਦੀ ਚੇਤਨਾ ਤੇ ਸਿਆਸੀ ਚੇਤਨਾ ਜਿਹੜਾ ਬਹੁਤ ਫਰਕ ਹੈਗਾ। ਇਸ ਕਰਕੇ ਜਦੋਂ ਸਿਆਸੀ ਚੇਤਨਾ ਹੋਊਗੀ ਉਦੋਂ ਹੀ ਸਿਆਸੀ ਤਬਦੀਲੀ ਜਿਹੜੀ ਆ ਉਹ ਹੋਊਗੀ। ਸਾਡੀ ਸਿਆਸੀ ਚੇਤਨਾ ਤਾਂ ਹਜੇ ਇੱਥੇ ਖੜੀ ਵੀ ਸ਼ਾਇਦ EVM ਨੱਪੇ ਹੀ ਮਸਲੇ ਹੱਲ ਹੋ ਜਾਣਗੇ। ਰਜਿੰਦਰ ਜੀ, ਫਿਰ ਹੱਲ ਕੀ ਆ ਮਸਲੇ ਦਾ? ਤੁਸੀਂ ਅਕਸਰ ਕਿਹਾ ਜਾਂਦਾ ਵੀ ਤੀਜਾ ਬਦਲ ਹੋਣਾ ਚਾਹੀਦਾ, ਕੋਈ ਤੀਜਾ ਬਦਲ ਹੋਣਾ ਚਾਹੀਦਾ। ਜੇ ਤੀਜੇ ਬਦਲ ਦੇਣ ਵੱਲ ਨੂੰ ਕੋਈ ਵੱਧਦਾ ਆ, ਚਾਹੇ ਉਹ ਸੰਯੁਕਤ ਸਮਾਜ ਮੋਰਚਾ ਆ ਜਾਂ ਕੋਈ ਹੋਰ ਆ, ਤਾਂ ਉੱਥੇ ਆ ਕੇ ਜਿਹੜਾ ਸਵਾਲ ਖਤਮ ਹੋ ਜਾਂਦੇ ਆ। ਤਾਂ ਹੁਣ ਤੁਸੀਂ ਵੀ ਗੱਲ ਕਰ ਰਹੇ ਹੋ ਵੀ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਆ। ਅਖੀਰ ਦੇ ਵਿੱਚ ਇਸ ਜਿਹੜਾ ਤੀਜੇ ਬਦਲ ਦਾ ਸਵਾਲ ਆ ਉਹਦਾ ਜਵਾਬ ਕੀ ਹੈ? ਨਹੀਂ, ਤੀਜਾ ਬਦਲ ਨਹੀਂ, ਦੂਜਾ ਬਦਲ ਚਾਹੀਦਾ। ਇਹ ਪਹਿਲੇ ਬਦਲ ਹੀ ਆ ਸਾਰੇ, ਇਹਨੂੰ ਭਾਵੇਂ ਤੀਜਾ ਕਹਿ ਲਓ, ਚੌਥਾ ਕਹਿ ਲਓ। ਦੋ ਇਕਨੋਮਿਕ ਮਾਡਲ ਨੇ ਦੁਨੀਆ 'ਚ। ਇੱਕ ਹੈਗਾ ਕੈਪੀਟਲਿਸਟਿਕ ਮਾਡਲ, ਇੱਕ ਸੋਸ਼ਲਿਸਟਿਕ ਮਾਡਲ। ਇੱਕ ਡਿਮਾਂਡ ਤੇ ਬੇਸਡ ਹੈ, ਇੱਕ ਸਪਲਾਈ ਤੇ ਬੇਸਡ ਹੈ। ਜਿਹੜਾ ਇਹ ਇਕਨੋਮਿਕ ਮਾਡਲ ਚੱਲ ਰਿਹਾ ਇਹ ਸਪਲਾਈ ਤੇ ਆਧਾਰਿਤ ਆ। ਤੁਹਾਡੇ ਬਾਜ਼ਾਰ 'ਚ ਸਭ ਕੁਝ ਆ, ਵੱਡੇ ਵੱਡੇ ਸਕੂਲ ਆ, ਕਾਲਜ ਆ, ਯੂਨੀਵਰਸਿਟੀਆਂ। ਤੁਸੀਂ ਪੜ੍ਹਨਾ ਉਹ ਕਹਿਣਗੇ ਐਜੂਕੇਸ਼ਨ ਲੋਨ ਲੈ ਲਓ। ਤੁਹਾਡੇ ਬਾਜ਼ਾਰ 'ਚ ਬਹੁਤ ਵੱਡੇ ਵੱਡੇ ਮਾਲਸ ਆ, ਬਹੁਤ ਸੋਹਣੀਆਂ ਗੱਡੀਆਂ ਜਿਹੜੀਆਂ ਨੇ ਖੜੀਆਂ ਨੇ, ਉਹ ਕਹਿੰਦੇ ਗੱਡੀ ਲੈਣੀ ਹੈ ਤੁਸੀਂ ਕਾਰ ਲੈ ਲਓ, ਕਾਰ ਲੋਨ ਲੈ ਲਓ। ਤੁਸੀਂ ਘਰ ਪਾਉਣਾ ਚਾਹੁੰਦੇ ਹੋ, ਕਹਿੰਦੇ ਹੋਮ ਲੋਨ ਲੈ ਲਓ। ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ, ਕਹਿੰਦੇ ਤੁਸੀਂ ਜੀਵਨ ਬੀਮਾ ਕਰਾ ਲਓ ਜਾਂ ਇਹਦੇ ਲਈ ਲੋਨ ਲੈ ਲਓ, ਹਨਾ। ਹਰ ਗੱਲ ਲੋਨ ਵਾਸਤੇ ਹੈ ਕਿ ਤੁਹਾਡੇ ਤੋਂ ਵਿਆਜ ਚੁੰਝਣੀ ਹੈ। ਦੂਜੇ ਪਾਸੇ ਲੋਕਾਂ ਕੋਲੇ ਖਰੀਦਣ ਨੂੰ ਕੁਝ ਹੈ ਨਹੀਂ ਗਾ। ਇੱਕ ਤਾਂ ਇਹ ਮਾਡਲ ਆ ਜਿਹੜਾ ਸਪਲਾਈ ਤੇ ਆਧਾਰਿਤ ਹੈ, ਜਿਹੜਾ ਪੂਰੀ ਦੁਨੀਆ 'ਚ ਚੱਲ ਰਿਹਾ ਇਕਨੋਮਿਕ ਮਾਡਲ। ਦੂਜਾ ਹੈਗਾ ਡਿਮਾਂਡ ਤੇ ਆਧਾਰਿਤ। ਡਿਮਾਂਡ ਕਿਵੇਂ? ਜੀ ਲੋਕਾਂ ਕੋਲ ਰੁਜ਼ਗਾਰ ਹੋਊਗਾ। ਜੇ ਅੱਜ ਮੇਰੇ ਕੋਲ ਰੁਜ਼ਗਾਰ ਆ, ਮੇਰੀ ਜੇਬ 'ਚ ਪੈਸੇ ਆ, ਤਾਂ ਮੈਂ ਗੱਡੀ ਖਰੀਦਣੀ ਚਾਹਣਾ, ਆਟੋ ਇੰਡਸਟਰੀ ਤਾਂ ਹੀ ਵਿਕਸਿਤ ਹੋਊਗੀ ਨਾ। ਜਦੋਂ ਆਟੋ ਇੰਡਸਟਰੀ ਵਿਕਸਿਤ ਹੋਊ, 'ਚ ਹੋਰ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਹਜ਼ਾਰਾਂ ਲੋਕਾਂ ਕੋਲੇ ਹੋਰ ਪੈਸਾ ਆਊਗਾ, ਹੋਰ ਡਿਮਾਂਡ ਕ੍ਰੀਏਟ ਹੋਊਗੀ, ਹੋਰ ਡਿਵੈਲਪਮੈਂਟ ਹੋਊਗੀ, ਐਗਰੀਕਲਚਰ ਦੀ ਵੀ ਹੋਊਗੀ, ਇੰਡਸਟਰੀ ਦੀ ਵੀ ਹੋਊਗੀ। ਮਾਮਲਾ ਸਮੁੱਚੇ ਇਕਨੋਮਿਕ ਮਾਡਲ ਨੂੰ ਬਦਲਣ ਦਾ। ਜਿਹੜਾ ਇਹ ਦੇਸ਼ ਦਾ ਸਿਆਸੀ ਢਾਂਚਾ ਉਹ ਜਿਹੜਾ ਪੂੰਜੀਵਾਦੀ ਮਾਡਲ ਹੈਗਾ ਉਹਦੀ ਰਾਖੀ ਵਾਸਤੇ ਆ। ਇਸ ਕਰਕੇ ਸਿਆਸੀ ਢਾਂਚੇ 'ਚ ਤਬਦੀਲੀ ਕੀਤੇ ਬਿਨਾਂ ਜਿਹੜੀ ਹੈਗੀ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਆ ਸਕਦੀ। ਉਸੇ ਸਿਆਸਤ ਨੇ ਆਪਣੀ ਇੱਕ ਪਾਰਲੀਮੈਂਟ ਸਥਾਪਿਤ ਕੀਤੀ ਹੋਈ ਆ। ਜਿਹੜੇ ਕੋਈ ਚਾਰ ਲੋਕਾਂ ਨੇ ਲੜੇ ਉਹਨਾਂ ਨੂੰ ਕਹਿੰਦੇ ਆਜੋ ਤੁਸੀਂ ਵਿੱਚ ਵੜ ਜਾਓ ਹੁਣ ਤੇ ਸਾਡੇ ਵਰਗੇ ਹੋ ਜਾਓ। ਇਹਦੇ ਤੋਂ ਅਸੀਂ ਬਚਾਉਣਾ ਚਾਹੁੰਦੇ ਆਪਣੇ ਸਾਥੀਆਂ ਨੂੰ। ਜੇ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਨਿਰੋਲ ਰੂਪ 'ਚ ਸਿਆਸਤ ਦਾ ਨਿੱਘ ਮੰਨਣ ਗਏ ਆ? ਨਹੀਂ, ਦੇਖੋ ਮੈਂ ਇਦਾਂ ਦੀ ਕੋਈ ਉਹਨਾਂ ਬਾਰੇ, ਸਾਡੇ ਬਹੁਤ ਸਨਮਾਨਿਤ ਲੋਕ ਨੇ ਉਹਨਾਂ ਦਾ ਇੱਕ ਯੋਗਦਾਨ ਰਿਹਾ ਇੱਕ ਇਤਿਹਾਸਕ ਲੜਾਈ ਦੇ ਵਿੱਚ, ਉਹਨੂੰ ਜਿੱਤਣ ਦੇ ਵਿੱਚ ਨਾ। ਇਸ ਕਰਕੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਕਿ ਉਹ ਵਾਪਸ ਆ ਜਾਣ ਤੇ ਆਪਾਂ ਉਸੇ ਤਰ੍ਹਾਂ ਲੜਾਈ ਨੂੰ ਜਿਹੜੀ ਹੈਗੀ ਆ ਉਹ ਜਾਰੀ ਰੱਖੀਏ। ਜਿਹੜੇ ਲੋਕ ਉਹਨਾਂ ਬਾਰੇ ਦੂਸ਼ਣਬਾਜ਼ੀ ਕਰ ਰਹੇ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਕਿ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਤੋਂ ਗਰੇਜ਼ ਕਰੋ। ਇਸ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਨੂੰ ਜਿਹੜੀ ਨੁਕਸਾਨਦੇਹ ਜਿਹੜੀ ਉਹ ਹੋ ਸਕਦੀ। ਤੇ ਜਿਹੜੇ ਕੁਝ ਲੋਕ ਸੰਯੁਕਤ ਸਮਾਜ ਮੋਰਚੇ ਦੇ ਖਿਲਾਫ ਇੱਕ ਪ੍ਰਚਾਰ ਕਰ ਰਹੇ ਆ, IT ਸੈੱਲ ਪ੍ਰਚਾਰ ਕਰ ਰਹੇ ਆ, ਉਹਨਾਂ ਨੂੰ ਕੁਝ ਕਹਿਣਾ ਚਾਹੋ? ਦੇਖੋ ਉਹਦੇ 'ਚ ਇੱਕ ਤਾਂ ਸਿਆਸੀ ਪਾਰਟੀਆਂ ਹੋਣਗੀਆਂ ਕਿਉਂਕਿ ਲੱਗਦਾ ਕਿ ਸਾਡੇ ਕੰਪੀਟੀਟਰ ਇਹ ਮੈਦਾਨ 'ਚ ਨਿਤਰੇ। ਕੁਝ ਲੋਕ ਜਿਹੜੇ ਆ ਮੋਰਚੇ ਦੇ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਪਰ ਉਹ ਲਗਾਤਾਰ ਮੋਰਚੇ ਦੇ ਆਗੂਆਂ ਦੇ ਖਿਲਾਫ ਹੀ ਕੰਪੇਨ ਕਰ ਰਹੇ ਆ। ਇਹ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਵਾਪਸ ਹੋਣ ਦੀ ਅਪੀਲ ਕਰਨੀ ਚਾਹੀਦੀ ਹੈ ਕਿ ਵਾਪਸ ਜਿਹੜੇ ਆ ਜਾਣ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜੇਗਾ, ਉਸੇ ਤਰ੍ਹਾਂ ਇਕੱਠੇ ਹੋ ਕੇ ਲੜਾਈ ਅੱਗੇ ਵਧਾਈ। ਇੱਕ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਮੀਟਿੰਗ ਹੋਣ ਦੀ ਸੰਭਾਵਨਾ ਹੈਗੀ ਆਉਣ ਵਾਲੇ ਦਿਨਾਂ 'ਚ? ਕੋਈ ਗੱਲ ਚੱਲ ਰਹੀ ਹੈ ਜਾਂ ਵੀ ਅਗਲਾ ਐਕਸ਼ਨ ਕੀ ਹੋਏਗਾ? ਬਿਲਕੁਲ ਮੀਟਿੰਗਾਂ ਹੋਣਗੀਆਂ। 15 ਜਨਵਰੀ ਨੂੰ ਦਿੱਲੀ 'ਚ ਮੀਟਿੰਗਾਂ ਸੰਯੁਕਤ ਕਿਸਾਨ ਮੋਰਚੇ ਦੀ, ਔਰ ਉਹ 'ਚ ਅਗਲੇ ਮੁੱਦੇ ਜਿਹੜੇ ਸੰਘਰਸ਼ ਦੇ ਵਿਚਾਰੇ ਇਹ ਕਲੀਅਰ ਹੈ, ਮਤਲਬ ਸਾਰੀਆਂ ਪਾਰਟੀਆਂ ਦਾ ਵਿਰੋਧ ਹੋਊਗਾ ਇਸ ਚੋਣ ਮੁਹਿੰਮ ਦੇ ਵਿੱਚ। ਦੇਖੋ ਵਿਰੋਧ ਤੋਂ ਭਾਵ ਕਿ ਉਹਨਾਂ ਨੂੰ ਅਸੀਂ ਬੇਪਰਦ ਕਰਾਂਗੇ। ਪੰਜਾਬ ਦੇ ਵਿੱਚ ਕੋਈ ਸਿਆਸੀ ਧਿਰ ਅਜਿਹੀ ਨਹੀਂ ਜਿਹੜੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਐਡਰੈਸ ਹੁੰਦੀ ਹੋਵੇ, ਉਹਦੇ ਕੋਲ ਹੱਲ ਹੋਵੇ। ਇਸ ਕਰਕੇ ਅਸੀਂ ਕਹਿ ਰਹੇ ਕਿ ਕਿਸੇ ਨੂੰ ਵੋਟ ਨਾ ਪਾਓ। ਜੇ ਫਿਰ ਵੀ ਉੱਥੇ ਜਾਣਾ ਹੈਗਾ ਪੋਲਿੰਗ ਬੂਥ ਤੇ, ਜੀ ਕਰਦਾ ਵੀ ਜਾ ਕੇ ਲਾਈਨ 'ਚ ਲੱਗਣਾ, ਫਿਰ ਨੋਟਾਂ ਨਾਲ। ਧੰਨਵਾਦ ਜੀ, ਸ਼ੁਕਰੀਆ। ਇਸ ਹਨ ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਜਿਨ੍ਹਾਂ ਨੇ ਸਪਸ਼ਟ ਦੱਸਿਆ ਕਿ ਇਸ ਵਕਤ ਜੋ ਪ੍ਰਬੰਧ ਹੈ ਉਸ ਪ੍ਰਬੰਧ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ, ਔਰ ਇਸ ਲਈ ਇਹ ਜਥੇਬੰਦੀ ਵੱਲੋਂ ਦਬਾਅ ਸਮੂਹ ਦੇ ਤੌਰ ਤੇ ਕੰਮ ਕੀਤਾ ਜਾਏਗਾ। ਔਰ ਸੰਯੁਕਤ ਸਮਾਜ ਮੋਰਚੇ ਨੂੰ ਵੀ ਆਪਣੇ ਸੰਘਰਸ਼ ਦੇ ਮੈਦਾਨ 'ਚ ਮੁੜ ਕੇ ਆਉਣ ਦੀ ਅਪੀਲ ਕੀਤੀ ਹੈ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਦੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ। ਤੇ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਸਮੀਕਰਨ ਕੀ ਰੁਖ ਲੈਂਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਦੇਖਦੇ ਰਹੋ ਦਾ ਮਿਰਰ ਪੰਜਾਬ TV। ਮੈਂ ਕਰਮ ਸੇਖਾ, ਕੈਮਰਾਮੈਨ ਗੁਰਜੰਟ ਦੇ ਨਾਲ। ਧੰਨਵਾਦ।